जैसा कि बाइबल में लिखा है, मैं इस नगर का इलाज करके इसके निवासियों को चंगा करूंगा और उन पर पूरी शांति और सच्चाई प्रकट करूंगा। ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਰਾਜ ਹੈ। ਇਹ ਮੇਰੇ ਹਸਬੈਂਡ ਨੇ, ਇਹਨਾਂ ਦਾ ਨਾਮ ਹੀਰਾ ਮਸੀਹ ਆ। ਅਸੀਂ ਗੁਰਦਾਸਪੁਰ ਦੇ ਰਹਿਣ ਵਾਲੇ ਹਾਂ। ਅੱਜ ਅਸੀਂ ਆਪਣੇ ਜੀਵਨ ਦੀ ਗਵਾਹੀ ਦੇਣ ਜਾ ਰਹੇ ਹਾਂ। 7 ਨਵੰਬਰ 2022 ਨੂੰ ਸਾਡੇ ਬੇਟਾ ਹੋਇਆ। ਡਿਲੀਵਰੀ ਤੋਂ ਬਾਅਦ ਜਦੋਂ ਸਾਨੂੰ ਛੁੱਟੀ ਮਿਲੀ ਅਸੀਂ ਆਪਣੇ ਘਰੇ ਵਾਪਸ ਆਏ ਤਾਂ ਸਾਡਾ ਬੇਟਾ ਪੂਰੀ ਰਾਤ ਰੋਈ ਜਾ ਰਿਹਾ ਸੀ। ਨਾ ਹੀ ਤਾਂ ਉਹ ਦੁੱਧ ਪੀ ਰਿਹਾ ਸੀ, ਸਾਹ ਲੈਣ ਵਿੱਚ ਵੀ ਉਹਨੂੰ ਬੜੀ ਦਿੱਕਤ ਹੋ ਰਹੀ ਸੀ, ਹਟਕੋਰੇ ਜਿਹੇ ਲਈ ਜਾ ਰਿਹਾ ਸੀ। ਇਹਦੀ ਇਹ ਕੰਡੀਸ਼ਨ ਵੇਖ ਕੇ ਅਸੀਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਗਏ। ਸਾਡੀ ਪੂਰੀ ਰਾਤ ਇੱਦਾਂ ਹੀ ਲੰਘੀ, ਸਾਡੇ ਬੱਚੇ ਨੂੰ ਦੇਖਦਿਆਂ ਕਿ ਇਹਦੀ ਇਹ ਇੱਦਾਂ ਕੰਡੀਸ਼ਨ ਕਿਉਂ ਹੋ ਰਹੀ ਆ, ਇਹ ਇੱਦਾਂ ਕਿਉਂ ਕਰ ਰਿਹਾ ਆ। ਇੱਕ ਦਿਨ ਦਾ ਜੇ ਸਾਡਾ ਬੱਚਾ ਆ ਤੇ ਸਾਰੀ ਇੱਦਾਂ ਹੀ ਪੂਰੀ ਰਾਤ ਸਾਡੀ ਟੈਨਸ਼ਨ ਦੇ ਵਿੱਚ ਬੀਤ ਗਈ। ਫਿਰ ਅਸੀਂ ਇਹਨੂੰ ਨੇੜੇ ਦੇ ਬੱਚਿਆਂ ਵਾਲੇ ਡਾਕਟਰ ਦੇ ਕੋਲ ਲੈ ਕੇ ਗਏ। ਉਹਨਾਂ ਨੇ ਚੈੱਕਅਪ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਸ਼ਹਿਰ ਹਸਪੀਟਲ ਬੱਚਿਆਂ ਵਾਲੇ ਵਿੱਚ ਐਡਮਿਟ ਕਰਵਾ ਦਿਓ। ਫਿਰ ਅਸੀਂ ਇਹਨੂੰ ਸ਼ਹਿਰ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਉੱਥੇ ਡਾਕਟਰ ਨੇ ਚੈੱਕਅਪ ਵਗੈਰਾ ਕੀਤਾ, ਟੈਸਟ ਵਗੈਰਾ ਕੀਤੇ। ਉਹਨਾਂ ਨੇ ਦੱਸਿਆ ਕਿ ਤੁਹਾਡੇ ਬੇਟੇ ਦੇ ਗਲੇ ਦੇ ਵਿੱਚ ਸੋਜ ਆ ਤੇ ਇਹਦੀ ਧੜਕਣ ਵੀ ਬਹੁਤ ਜ਼ਿਆਦਾ ਘੱਟ ਆ। ਫਿਰ ਡਾਕਟਰਾਂ ਨੇ ਮੇਰੇ ਬੇਟੇ ਨੂੰ ICU ਦੇ ਵਿੱਚ ਰੱਖਿਆ, ਵੈਂਟੀਲੇਟਰ ਦੇ ਉੱਪਰ ਲਗਾ ਦਿੱਤਾ। ਫਿਰ ਉਸਨੂੰ ਫੂਡ ਪਾਈਪ ਵੀ ਲਗਾ ਦਿੱਤੀ ਗਈ। ਮੈਂ ਉਸ ਟਾਈਮ ਬਹੁਤ ਰੋ ਰਹੀ ਸੀ। ਮੇਰੇ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆ ਰਹੇ ਸੀ ਕਿ ਮੇਰਾ ਅਜੇ ਇੱਕ ਦਿਨ ਦਾ ਬੱਚਾ ਆ, ਕਿਤੇ ਇਹਨੂੰ ਕੁਝ ਹੋ ਨਾ ਜਾਵੇ। ਇਹ ਸੋਚ ਕੇ ਮੇਰਾ ਬਹੁਤ ਬੁਰਾ ਹਾਲ ਹੋ ਰਿਹਾ ਸੀ। ਮੇਰਾ ਪੂਰਾ ਪਰਿਵਾਰ ਉਸ ਟਾਈਮ ਹਸਪੀਟਲ ਦੇ ਵਿੱਚ ਸੀ, ਸਾਰੇ ਬਹੁਤ ਦੁਖੀ ਸੀ। ਫਿਰ ਜਦੋਂ ਡਾਕਟਰ ਨੇ ਸਾਨੂੰ ਅਗਲੇ ਦਿਨ ਦੱਸਿਆ ਕਿ ਤੁਹਾਡੇ ਬੱਚੇ ਦਾ ਆਕਸੀਜਨ ਲੈਵਲ ਬਹੁਤ ਘੱਟ ਆ, ਡਾਕਟਰ ਨੇ ਦੱਸਿਆ ਕਿ ਇਹਦੀ ਧੜਕਣ ਕਿ ਡਾਕਟਰ ਸਾਹਿਬ ਹੁਣ ਕੀ ਕਰਨਾ ਆ। ਉਹਨਾਂ ਨੇ ਕਿਹਾ ਕਿ ਇਹਨੂੰ ਲਗਾਤਾਰ ਹਸਪੀਟਲ ਦੇ ਵਿੱਚ ਰੱਖਣਾ ਪਵੇਗਾ। ਜਿੰਨਾ ਚਿਰ ਇਹ ਪ੍ਰੋਪਰ ਸਾਹ ਨਹੀਂ ਲੈਂਦਾ, ਇਹਦੀ ਪ੍ਰੋਪਰ ਧੜਕਣ ਨਹੀਂ ਚੱਲਦੀ, ਉਹਨਾਂ ਚਿਰ ਇਸ ਨੂੰ ਹਸਪੀਟਲ ਦੇ ਵਿੱਚ ਰੱਖਣਾ ਪਵੇਗਾ। ਸਾਡਾ ਬੱਚਾ ਜਦੋਂ ਹਸਪੀਟਲ ਵਿੱਚ ਸੀ, ਸਾਨੂੰ ਡਾਕਟਰ ਮਿਲਣ ਵੀ ਨਹੀਂ ਸੀ ਦਿੰਦੇ। ਸਿਰਫ 6 ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਵਾਰ ਸਾਨੂੰ ਦੇਖਣ ਲਈ ਦਿੱਤਾ ਸੀ ਤੇ ਅਸਾਂ ਬਾਹਰ ਬੈਠੇ ਆ ਪਰ ਉਹ ਸੋਚਦੇ ਰਹਿਣਾ ਕਿ ਸਾਡਾ ਬੱਚਾ ਅੱਜ ਵੀ ਆ ਜਾਏਗਾ, ਅੱਜ ਵੀ ਆ ਜਾਏਗਾ। ਬਟ ਡਾਕਟਰ ਨਹੀਂ ਸੀ ਜਾਣ ਦਿੰਦੇ, ਕੋਲ ਬੈਠਣ ਵੀ ਨਹੀਂ ਸੀ ਦਿੰਦੇ। ਆਪਾਂ ਦਰਵਾਜ਼ੇ ਕੋਲ ਜਾਂਦੇ ਸੀ ਬਟ ਉੱਥੋਂ ਵਾਪਸ ਭੇਜ ਦਿੰਦੇ ਸੀ। ਜਦ ਅਸੀਂ ਹਸਪੀਟਲ ਵਿੱਚ ਸੀ ਤੇ ਹੋਰ ਵੀ ਬਹੁਤ ਲੋਕ ਆਉਂਦੇ ਸੀ ਉੱਥੇ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ। ਕਿਸੇ ਦੀ ਕੁਝ ਕੰਡੀਸ਼ਨ, ਕਿਸੇ ਦੀ ਕੁਝ ਕੰਡੀਸ਼ਨ ਸੀ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਸੀ ਤਾਂ ਲੋਕ ਬਹੁਤ ਗੱਲਾਂ ਬਾਤਾਂ ਕਰਦੇ ਸੀ ਕਿ ਸਾਡੇ ਬੱਚੇ ਵੀ ਇੱਥੇ ਆਇਆ ਸੀਗਾ, ਸਾਡੇ ਬੱਚੇ ਨੂੰ ਇੱਦਾਂ ਹੋ ਗਿਆ, ਉਹ ਹੋ ਗਿਆ। ਤਾਂ ਕਰਕੇ ਬਹੁਤ ਮਤਲਬ ਕਿ ਉਲਟ ਸਿੱਧ ਬੋਲਦੇ ਸੀ। ਇਹ ਗੱਲਾਂ ਸੁਣ ਕੇ ਅਸੀਂ ਬਹੁਤ ਟੈਨਸ਼ਨ ਵਿੱਚ ਆ ਜਾਂਦੇ ਸੀ ਕਿ ਕਿਤੇ ਸਾਡੇ ਬੱਚੇ ਨੂੰ ਵੀ ਕੁਝ ਹੋ ਨਾ ਜਾਵੇ। ਤੇ ਸਾਡਾ ਪੂਰਾ ਪਰਿਵਾਰ ਬਹੁਤ ਫਿਕਰ ਵਿੱਚ, ਟੈਨਸ਼ਨ ਵਿੱਚ ਸੀਗਾ। ਜਦੋਂ ਅਸੀਂ ਲੋਕਾਂ ਦੇ ਬੱਚਿਆਂ ਵੱਲ ਦੇਖਦੇ ਸੀ ਤਾਂ ਸਾਡੇ ਵੀ ਮਨ ਵਿੱਚ ਬਹੁਤ ਖਿਆਲ ਆਉਂਦੇ ਸੀ ਕਿ ਸਾਡਾ ਵੀ ਬੱਚਾ ਸਾਡੇ ਹੱਥਾਂ ਵਿੱਚ ਹੋਏ, ਅਸੀਂ ਵੀ ਘੁੰਮੀਏ ਫਿਰੀਏ ਉਹਨੂੰ ਲੈ ਕੇ। ਲਗਾਤਾਰ ਡਾਕਟਰਾਂ ਨੇ ਸਾਡੇ ਬੱਚੇ ਨੂੰ 6 ਦਿਨ ਹਸਪੀਟਲ ਵਿੱਚ ਰੱਖਿਆ ਤੇ ਇੱਕ ਦਿਨ ਦਾ ਖਰਚਾ ਸਾਡਾ 10,000 ਰੁਪਏ ਦਾ ਸੀ। 6 ਦਿਨ ਲਗਾਤਾਰ ਡਾਕਟਰਾਂ ਨੇ ਰੱਖਿਆ ਤੇ ਫਿਰ ਦਵਾਈਆਂ ਦਾ ਵੀ ਬਹੁਤ ਖਰਚਾ ਸੀਗਾ ਤੇ ਅਸੀਂ ਬਹੁਤ ਬੁਰੀ ਕੰਡੀਸ਼ਨ ਵਿੱਚ ਸੀਗੇ ਤੇ ਕੁਝ ਪੈਸੇ ਦੀ ਵੀ ਟੈਨਸ਼ਨ ਸੀਗੀ ਕਿ ਸਾਡੇ ਕੋਲ ਪੈਸੇ ਵੀ ਨਹੀਂ ਸੀਗੇ ਉਸ ਟਾਈਮ। ਫਿਰ ਸਾਡਾ ਬੱਚਾ 6 ਦਿਨ ਹਸਪੀਟਲ ਵਿੱਚ ICU ਵਿੱਚ ਐਡਮਿਟ ਰਿਹਾ। ਡਾਕਟਰ ਇਲਾਜ ਕਰ ਰਹੇ ਸੀ ਮਗਰ ਕੋਈ ਵੀ ਫਰਕ ਦਿਖਾਈ ਨਹੀਂ ਦੇ ਰਿਹਾ ਸੀ ਜਦ ਸਾਡਾ ਬੱਚਾ ICU ਵਿੱਚ ਐਡਮਿਟ ਸੀ। ਪਰ ਸਾਡਾ ਭਰੋਸਾ ਸਾਡੇ ਪਰਮੇਸ਼ਵਰ ਤੇ ਸੀ। ਅਸੀਂ ਅੰਕੁਰ ਨੂਲਾ ਮਿਨਿਸਟਰੀ ਨਾਲ ਜੁੜੇ ਹੋਏ ਸੀ। ਉਸੇ ਦਿਨ ਅਸੀਂ ਆਪਣੇ ਬੇਟੇ ਦੀ ANM ਹਸਪੀਟਲ ਪ੍ਰੇਅਰ ਲਾਈਨ ਤੇ ਰਿਕੁਐਸਟ ਸੈਂਡ ਕੀਤੀ ਸੀ। ਫਿਰ 17 ਨਵੰਬਰ 2022 ਨੂੰ ਪ੍ਰਭੂ ਦੇ ਦਾਸ ਨੇ ਜ਼ੂਮ ਐਪ ਦੇ ਦੁਆਰਾ ਮੇਰੇ ਬੇਟੇ ਦਾ ਨਾਮ ਲੈ ਕੇ ਉਹਦੇ ਉੱਪਰ ਲੇ ਹੈਂਡ ਪ੍ਰਾਰਥਨਾ ਕੀਤੀ। रूहान इन जीसस नेम बी हील्ड। मैं तेरे को चंगा होते हुए देख रहा हूं राइट नाउ। ਜਦੋਂ ਪ੍ਰਭੂ ਦੇ ਦਾਸ ਨੇ ਮੇਰੇ ਬੇਟੇ ਦਾ ਨਾਮ ਲੈ ਕੇ ਉਸ ਉੱਪਰ ਲੇ ਹੈਂਡ ਪ੍ਰਾਰਥਨਾ ਕੀਤੀ, ਅਸੀਂ ਉਸ ਪ੍ਰਾਰਥਨਾ ਨੂੰ ਪੂਰੇ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ। ਫਿਰ ਉਸ ਲੇ ਹੈਂਡ ਪ੍ਰਾਰਥਨਾ ਤੋਂ ਬਾਅਦ ਮੇਰੇ ਬੱਚੇ ਦੀ ਰਿਕਵਰੀ ਹੋਣੀ ਸ਼ੁਰੂ ਹੋ ਗਈ। ਫਿਰ ਅਗਲੇ ਦਿਨ ਜਦੋਂ ਡਾਕਟਰਾਂ ਨੇ ਮੇਰੇ ਬੇਟੇ ਦੇ ਟੈਸਟ ਕੀਤੇ, ਸਾਰੇ ਟੈਸਟ ਨਾਰਮਲ ਆਏ। ਫਿਰ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਇਹਦਾ ਆਕਸੀਜਨ ਲੈਵਲ ਹੁਣ ਪੂਰਾ ਹੋ ਚੁੱਕਿਆ ਹੈ, ਇਹਦੀ ਹਾਰਟ ਬੀਟ ਵੀ ਠੀਕ ਚੱਲ ਰਹੀ ਆ ਤੇ ਜਿਹੜੀ ਇਹਦੀ ਗਲੇ ਦੀ ਸੋਜ ਸੀ ਉਹ ਵੀ ਜਾ ਚੁੱਕੀ ਆ। ਜਦੋਂ ਡਾਕਟਰਾਂ ਨੇ ਸਾਨੂੰ ਇਹ ਗੱਲ ਦੱਸੀ ਤਾਂ ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ। ਮੈਂ ਤੇ ਮੇਰਾ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋਏ। ਉਸ ਦਿਨ ਤੋਂ ਬਾਅਦ ਸਾਡਾ ਬੇਟਾ ਬਿਲਕੁਲ ਠੀਕ ਆ, ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਆ। ਉਸ ਦਿਨ ਤੋਂ ਬਾਅਦ ਉਹ ਪ੍ਰੋਪਰ ਸਾਹ ਲੈ ਲਿਆ, ਖਾ ਪੀ ਵੀ ਰਿਹਾ ਆ। ਜਿਹੜੇ ਲੋਕਾਂ ਦੇ ਬੱਚੇ ਅੱਜ ਵੀ ਬਿਮਾਰ ਨੇ, ਹਸਪਤਾਲਾਂ ਦੇ ਵਿੱਚ ਆ, ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਓ ਤੇ ਜਿਸ ਤਰ੍ਹਾਂ ਪ੍ਰਭੂ ਨੇ ਮੇਰੇ ਬੇਟੇ ਨੂੰ ਚੰਗਿਆ ਕੀਤਾ ਆ, ਤੁਹਾਡੇ ਬੱਚਿਆਂ ਨੂੰ ਵੀ ਚੰਗਿਆ ਕਰੇਗਾ। ਹੁਣ ਅਸੀਂ ਆਪਣੇ ਬੇਟੇ ਦੇ ਨਾਲ ਪੂਰਾ ਖੁਸ਼ ਹਾਂ ਤੇ ਆਪਣੀ ਲਾਈਫ ਨੂੰ ਇੰਜੋਏ ਕਰ ਰਹੇ ਹਾਂ।
ਆਪਣੇ ਬੇਟੇ ਦੀ ਇਸ ਵੱਡੀ ਚੰਗਿਆਈ ਦੇ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅਤੇ ਪ੍ਰਭੂ ਦੇ ਦਾਸ ਦਾ ਵੀ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। जैसा कि यूहन्ना अध्याय 8 में लिखा है, सो यदि पुत्र प्रभु यीशु मसीह तुम्हें स्वतंत्र करेगा तो सचमुच तुम स्वतंत्र हो जाओगे। इसी वचन के द्वारा इस भाई ने नशे से आज़ादी पाई। सबको जय मसीह की। मेरा नाम नरेश कुमार, ये मेरी वाइफ रमन होता। हम होशियारपुर के रहने वाले हैं। आज मैं अपने जीवन की बहुत बड़ी गवाही देने जा रहा हूँ। अभी मेरी उम्र 44 ईयर है। 20 साल की उम्र में मैंने नशा करना शुरू कर दिया था। 20 साल की उम्र में मैं ITI कर रहा था, जिसमें मेरी संगति कुछ ऐसे दोस्तों से हुई जो नशा करते थे। मैं डेली उनके साथ घूमता था। वो डेली नशा करते थे, मैं देखता था। एक दिन उन्होंने मेरे को बोला कि ले तू भी ये सिगरेट पी। तो मैंने सोचा मैं भी पीकर देखता हूँ और देखता हूँ क्या होता है इसमें। तो मैंने सिगरेट पिया तो मुझे थोड़ा अच्छा लगा, तो धीरे धीरे मैं भी पीना शुरू हो गया। मैं डेली उनसे मांग कर सिगरेट पीता था। फिर धीरे धीरे मुझे सिगरेट पीने की लत लग गई। जब मुझे सिगरेट पीने की लत लग गई तो मैं अपने पैसों के भी खरीद कर सिगरेट पीता था। फिर जैसे जैसे मेरी दोस्ती बढ़ती गई, धीरे धीरे मैंने और भी नशे करने शुरू कर दिए, जैसे बियर का नशा, विस्की का नशा, ये भी धीरे धीरे मैंने शुरू कर दिया। फिर ITI करने के बाद मैं डिप्लोमा करने के लिए होशियारपुर चला गया। वहाँ भी मेरी दोस्ती कुछ ऐसे दोस्तों से हुई जो नशा करते थे। डिप्लोमा करने के दौरान जो पॉकेट मनी मुझे घर से मिलती थी, उसको भी मैं नशे में यूज़ कर लेता था। उसमें हम लोग सभी लोग जितने भी मेरे दोस्त थे उनको साथ लेकर मैं नशा कर लेता था। तो पैसे जब ख़त्म हो जाते तब अपने दोस्त को भेजता कि तू अपने घर से लेके आ। फिर वो अपने घर से लेके आता, तो ऐसे हम नशा करते रहे। मेरे घर वालों को इसके बारे में कुछ भी पता नहीं था कि मैं नशा करता हूँ। जब डिप्लोमा कंप्लीट होने के बाद मैं अपने घर वापस आया तो मैंने पार्टियों में जाना शुरू कर दिया। जब मैंने पार्टियों में जाना शुरू कर दिया तो नशा करके अपने घर वापस आता था, तो तब मेरे घर वालों को पता चल गया। जब मेरे घर वालों को पता चला कि मैं नशा करता हूँ, दारू पीता हूँ, बियर पीता हूँ, तो उन्होंने मुझे बहुत डांटा और बहुत समझाया भी कि ये गलत चीज़ है, ये तू क्यों कर रहा है। लेकिन उनका कोई भी असर मेरे दिमाग पर नहीं था। फिर एक जगह मैंने अपनी इलेक्ट्रिकल इंजीनियर की जॉब करनी शुरू कर दी। जॉब करने के बाद मुझे जो पैसा मिलता था उसको भी मैं मतलब यूज़ नशे में ही करता था। जब मैंने नशे करने बंद नहीं किए तो मेरे घर वालों ने सोचा कि इसकी शादी कर देते हैं। जब उन्होंने मेरी शादी कर दी, धीरे धीरे मेरे घर वाली को भी पता चल गया कि ये नशे करते हैं, ये दारू पीते हैं, बियर पीते हैं, और सिगरेट बीड़ी का भी उनको पता चल गया कि ये नशे करते हैं। शादी के बाद जब मुझे पता चला कि मेरे हस्बैंड नशा करते हैं तो मैंने पहले इनको खुद समझाने की कोशिश की बहुत, पर ये नहीं माने। तो फिर मैंने अपने घर वालों को बताया, वो भी आकर इनको समझाते रहे बहुत, पर ये तब भी नहीं मानने को तैयार थे भी मैं गलत हूँ। शादी के बाद इनका नशा और भी बढ़ गया था। जैसे कि हमने फैमिली फंक्शंस में कहीं जाना, तो कहीं रिलेटिव्स में जाना, तो इन्होंने वहाँ पे पीनी शुरू कर देनी। तो हमने तो 8-10 साल हो गए इनके साथ फंक्शंस पे जाना ही छोड़ दिया था, क्योंकि हमें पता था इन्होंने फंक्शंस पे जाके यही काम करने हैं, तो हमें शर्मिंदगी होती थी, इसलिए हम जाते नहीं थे। इनके नशों की आदत से मैंने और मेरे बच्चों ने इनको बहुत समझाने की कोशिश की, पर ये फिर भी मानने को तैयार नहीं थे। फिर नशा करने की वजह से मेरे शरीर में भी काफ़ी वीकनेस रहनी शुरू हो गई। तो मैं सोच रहा था कि मैं इस नशे को छोड़ दूं, शराब पीना छोड़ दूं, सिगरेट पीना छोड़ दूं, अपने बच्चों के साथ खुश रहूं, लेकिन मैं छोड़ नहीं पाता था। फिर एक दिन मोबाइल पर
मैं यूट्यूब पे देख रहा था तो मेरे सामने एक वीडियो आई जिसमें अपोस्टल अंकन नरूला जी वचन कर रहे थे। उनकी मीटिंग को मैं सुनता गया और सुनने के बाद मेरे मन को बहुत शांति मिली। जब मैंने अपोस्टल जी द्वारा वचनों को सुना, गवाहियों को सुना, तो मेरे मन में भी एक उम्मीद पैदा हुई कि क्यों ना मैं भी खामरा चर्च जाऊं और अपनी ये नशे की लत को छोड़ दूं। फिर मैंने अपनी वाइफ को खामरा चर्च के बारे में बताया। फिर मैं और मेरी वाइफ खामरा चर्च आना शुरू कर दिया। फिर हम लगातार खामरा चर्च से जुड़े रहे और मीटिंग्स को अटेंड करते रहे। फिर 1 सितंबर 2022 को जब हम खामरा चर्च में आए तो अपोस्टल जी ने उस दिन अनॉइंटिंग ऑयल डिस्ट्रीब्यूट किया सबको और उन्होंने ये वर्ड डिक्लेयर किए कि जो भी इस अनॉइंटिंग ऑयल को अपने बॉडी पर लगाएगा वो छुटकारे को पाएगा। ये जो ऑयल आपके हाथों में है, आपने थोड़ा सा लगाया है, आप जिस बीमार पर इसे लगाएंगे, जिस नशे वाले व्यक्ति को देंगे, जिन जगहों के पर लगाएंगे, परमेश्वर का मस्सा वहां पे कार्य करेगा और छुटकारा काम करेगा। तो मैंने उनके वर्ड अपने लिए रिसीव किए और अनॉइंटिंग ऑयल को अपने माथे पर, अपने हाथों पर, पूरी बॉडी के ऊपर लगाया। और जैसे ही इन वर्ड्स को मैं अपने लिए रिसीव किया, अनॉइंटिंग ऑयल को अपनी बॉडी के ऊपर अप्लाई किया, पवित्र आत्मा ने मुझे छुआ और एकदम से मेरी बॉडी के अंदर गर्माहट सी महसूस हुई। और फिर जब मैं घर गया तो मैंने फिर नशा करने की कोशिश करी। तो मैंने एक सिगरेट लेकर देखा कि मैं पीकर देखता हूँ, तो मुझे इतनी कड़वी लगी वो मेरा दिल नहीं करा कि उस सिगरेट को मैं पी पाऊं, तो मैंने उसको फेंक दिया। और उस दिन से मैंने कोई भी नशा नहीं किया और मैं पूरी तरह से उस दिन से आज तक नशे से आजाद। और अब मैं ना ही बीड़ी सिगरेट पीता हूँ, ना ही बियर, ना ही शराब, और मेरी बॉडी में भी किसी तरह की कोई कमजोरी नहीं लगती और ना ही मुझे कोई बीड़ी सिगरेट और शराब पीने की तलब लगती है। और मैं अपने परिवार के साथ अब बहुत ही खुश हूँ और मेरे बच्चे भी बहुत खुश हैं। अब जब मैं नशे को छोड़ चुका हूँ तो कुछ लोग जो मेरे साथ नशा भी करते थे, मेरे रिश्तेदार भी पूछते हैं कि ये कैसे हो गया, तो मैं उन सबको बताता हूँ प्रभु ने मेरे को ये नशे से आजाद किया है। जो लोग आज भी नशा करते हैं उनको मैं बताना चाहता हूँ कि वो प्रभु के पास आए, प्रभु को अपना जीवन दें। मेरा पूरा विश्वास है कि जिस तरह से प्रभु ने मुझे नशों से आजाद किया और आप लोगों को भी नशे से आजाद करें। अभी मैं प्रभु में आनंदित हूँ, अपना जीवन प्रभु को दे चुका हूँ। और इस बड़े छुटकारे के लिए मैं प्रभु का धन्यवाद करता हूँ, प्रभु के दास का धन्यवाद करता हूँ। सबको जय मसीह की। तारीफ करें जोर से, शब्द तालियों के साथ परमेश्वर की तारीफ करें।